चिट्ठी चिट्ठी तो हर कोई लिखदा। हाँ जी, चिट्ठी चिट्ठी तो हर कोई लिखदा, पर जिहड़ा वधिया तरीके नाल लिखे ਉਹਦੀ चिट्ठी तो सोहनी लगदी है। हाँ जी, अज मैं तुहानूं सिखाउण जा रहा हाँ चिट्ठी लिखण दा एक ऐसा तरीका, पर आपां चिट्ठी पंजाबी विच नहीं इंग्लिश विच सिखांगे, क्योंकि आपां पढ़ रहे हैं PSCB इंग्लिश से। हाँ जी, इस करके अज मैं तुहानूं सिखावांगा लैटर लिखण दा एक अजिहा तरीका कि तुहानूं इंग्लिश नहीं भी आती, कोई गल नहीं, पर फिर भी तुसीं इहो जी लैटर लिखोगे कि लोग देखते रह जाएंगे। आओ फिर शुरू करते हैं। हुण मैं तुहानूं मिलाण जा रहा हूं दो तरह की लैटर्स दे नाल, पहली फॉर्मल, दूसरी इनफॉर्मल। हेलो, मैं हूं मिस्टर फॉर्मल। ऑफिशियल काम वास्ते तुसी मेरी वरतों करदे हो। तुसी जिवें प्रिंसीपल नूं लैटर लिखदे हो, एडिटर नूं लिखदे हो या कमिश्नर नूं लिखदे हो, उस विच मैं तुहाडी मदद करदा हां। हेलो, मैं हां मिस्टर इनफॉर्मल। रिश्तेदारां ਅਤੇ ਦੋਸਤਾਂ ਨਾਲ ਗੱਲਬਾਤ ਕਰਨ ਲਈ ਮੈਂ ਮਦਦ ਕਰਦਾ ਹਾਂ। ਪਰ WhatsApp ਦੇ ਆਉਣ ਨਾਲ ਹੁਣ ਮੈਨੂੰ ਕੋਈ ਵੀ ਨਹੀਂ ਪੁੱਛਦਾ, ਪਰ ਐਗਜ਼ਾਮ ਵਿੱਚ ਮੈਨੂੰ ਪੁੱਛ ਲਿਆ ਜਾਂਦਾ ਹੈ। ਹੁਣ ਤੁਹਾਡੇ ਕੁਐਸਚਨ ਕਰਦਾ, ਹੁਣ ਤੁਹਾਡਾ ਕੁਐਸਚਨ ਫਾਰਮਲ ਲੈਟਰ ਦਾ ਹੈ। ਆਪਾਂ ਫਾਰਮਲ ਲੈਟਰ ਨੂੰ ਮਿਲ ਚੁੱਕੇ ਹਾਂ ਤੇ ਆਓ ਉਸੇ ਫਾਰਮਲ ਲੈਟਰ ਦਾ ਆਪਾਂ ਕੁਐਸਚਨ ਕਰਦੇ ਹਾਂ। ਪਰ ਕੁਐਸਚਨ ਸੁਣਨ ਤੋਂ ਪਹਿਲੇ ਮੇਰੀ ਇੱਕ ਗੱਲ ਸੁਣ ਲਓ। मैं एक ऐसी ट्रिक दसांगा तुहानूं कि दो लाइन्स मैं दसांगा, एक पहली ते एक लास्ट वाली, क्योंकि पहली दो लाइन्स ही जिहड़ियां हुंदियां पूरी लैटर दे मार्क्स बनाउंदियां ने, ते ओह दो लाइन्स चंगी तरह सुन लिओ ते लैटर जिहड़ी है तुहाडी एकदम वधिया लिखी जाएगी। अपने बच्चों ਨੂੰ भी दसोगे आ ट्रिक। ते आओ हुण क्वेश्चन वाल देखदे हां। क्वेश्चन हैगा, यू आर लविश नंदा लिविंग एट 11 मॉडल टाउन बटाला, write a letter to the editor of a newspaper describing the insanitary condition in your टाउन। ਹੁਣ ਜਿਹੜੇ ਟਾਊਨ ਦੇ ਵਿੱਚ ਤੁਹਾਡੇ ਇਨਸੈਨਿਟਰੀ ਕੰਡੀਸ਼ਨਸ ਹੈ ਉਹਨੂੰ ਡਿਸਕ੍ਰਾਈਬ ਕਰਦੇ ਹੋਏ ਐਡੀਟਰ ਨੂੰ ਲੈਟਰ ਲਿਖਣੀ ਹੈ। ਯਾਦ ਰੱਖਿਓ, ਐਡੀਟਰ ਨੂੰ ਲੈਟਰ ਲਿਖਣੀ ਹੈ। ਅਗਰ ਇੱਥੇ ਮਿਊਨਿਸਪਲ ਕਮਿਸ਼ਨਰ ਹੁੰਦਾ ਤਾਂ ਮਿਊਨਿਸਪਲ ਕਮਿਸ਼ਨਰ ਨੂੰ ਲੈਟਰ ਲਿਖਣੀ ਹੈ ਮਿਊਨਿਸਪਲ ਕਾਰਪੋਰੇਸ਼ਨ ਦੇ, ਪਰ ਹੁਣ ਇੱਥੇ ਐਡੀਟਰ ਹੈ, ਆਪਾਂ ਐਡੀਟਰ ਨੂੰ ਲੈਟਰ ਲਿਖਾਂਗੇ। ਆਓ ਲਿਖਦੇ ਹਾਂ। ਦੋਸਤੋ ਤੁਸੀਂ ਮਿਲੇ ਸੀ ਇੱਕ ਪਿਆਰਾ ਜਿਹਾ ਦੋਸਤ ਫਾਰਮਲ ਦੇ ਨਾਲ। ਹਾਂਜੀ, ਤੇ ਅੱਜ ਆਪਾਂ ਉਸੇ ਫਾਰਮਲ ਦਾ ਹੀ ਸਟਰਕਚਰ ਜਿਹੜਾ ਹੈ ਉਹ ਤੁਹਾਨੂੰ ਪੜਾਉਣ ਜਾ ਰਹੇ ਹਾਂ। शुरू करते हैं। सब तो पहले आप लिखांगे लिखा होंगे ना, तो तुहाडे पेपर में लैटर के हैडिंग के ऊपर यू आर दीप ऑफ दीपिका लिविंग एट दिस एड्रेस। हाँ जी, वो ही एड्रेस इत्थे लिख देना। आप लिखांगे डेट, जिदा आज अप्रैल 29 तो उदा ही मैं कोई भी डेट लिख दांगा, जिहड़ा जिस दिन मैं लैटर लिख रहा हां उस दिन की डेट मैं लिख दांगा। कि आपां इदां भी लिख सकते हैं 29/4/20, नो गलत, ਇਹਦੇ ਨਾਲ ਤੁਹਾਡੇ ਮਾਰਕਸ ਡਿਡਕਟ ਹੋ ਜਾਣਗੇ। ਡੇਟ ਇਦਾਂ ਹੀ ਲਿਖਣੀ ਹੈ। ਉਸ ਤੋਂ ਬਾਅਦ ਆਪਾਂ ਚੱਲ ਜਾਾਂਗੇ ਇੱਕ ਲਾਈਨ, ਉਸ ਤੋਂ ਬਾਅਦ ਆਪਾਂ ਲਿਖਾਂਗੇ। ਹੁਣ ਆਪਾਂ ਫਾਰਮਲ ਲੈਟਰ ਲਿਖ ਰਹੇ ਹਾਂ। ਫਾਰਮਲ ਲੈਟਰ ਵਿੱਚ ਸਭ ਤੋਂ ਪਹਿਲੇ ਅਸੀਂ ਦੱਸਾਂਗੇ ਕਿ ਉਹ ਪਰਸਨ ਜਿਹੜਾ ਹੈ ਉਹ ਕੌਣ ਹੈ। ਜਿਵੇਂ ਕਿ ਆਪਾਂ ਪ੍ਰਿੰਸੀਪਲ ਨੂੰ ਲਿਖਦੇ ਹਾਂ ਤਾਂ ਸਭ ਤੋਂ ਪਹਿਲੇ ਆਪਾਂ ਦਾ ਪ੍ਰਿੰਸੀਪਲ ਲਿਖਦੇ ਹਾਂ, ਸਭ ਨੂੰ ਪਤਾ ਹੀ ਹੈ। ਉਸ ਤੋਂ ਬਾਅਦ ਆਪਾਂ ਕੀ ਲਿਖਾਂਗੇ, ਕਿੱਥੋਂ ਦਾ ਐਡੀਟਰ ਹੈ। ਕਿਸੇ ਨਿਊਜ਼ਪੇਪਰ ਦਾ ਐਡੀਟਰ ਹੈ, ਇੱਥੇ ਆਪਾਂ ਲਿਖਤਾ ਹਿੰਦੁਸਤਾਨ ਟਾਈਮਸ ਦਾ ਐਡੀਟਰ ਹੈ। ਇਦਾਂ ਹੀ ਅਗਰ ਪ੍ਰਿੰਸੀਪਲ ਦੀ ਲੈਟਰ ਹੈ ਦਾ ਪ੍ਰਿੰਸੀਪਲ, ਤੇ ਕੋਈ ਵੀ ਸਕੂਲ ਦਾ ਨਾਮ ਲਿਖਤਾ ਜਿਵੇਂ ਗਵਰਨਮੈਂਟ ਪਬਲਿਕ ਸਕੂਲ, ਠੀਕ ਹੈ। ਉਸ ਤੋਂ ਬਾਅਦ ਸਿਟੀ ਦਾ ਨੇਮ। ਇਦਾਂ ਹੀ ਤੁਹਾਨੂੰ ਕਮਿਸ਼ਨਰ, ਪੁਲਿਸ ਸੁਪਰੀਡੈਂਟ, ਇੰਸਪੈਕਟਰ, SHO ਕਿਸੇ ਦੇ ਵੀ ਆ ਸਕਦੀ ਹੈ। ਉਦਾਂ ਫਿਰ ਉਸ ਤੋਂ ਬਾਅਦ ਇੱਕ ਆਪਾਂ ਲਾਈਨ ਛੱਡਾਂਗੇ। ਉਸ ਤੋਂ ਬਾਅਦ ਆਪਾਂ ਲਿਖਾਂਗੇ ਸਬਜੈਕਟ। ਸਬਜੈਕਟ ਦਾ ਧਿਆਨ ਰੱਖਿਓ, ਸਬਜੈਕਟ ਜਿਹੜਾ ਤੁਹਾਡਾ 4 to 6 ਲਾਈਨਸ ਦਾ ਹੋਣਾ ਚਾਹੀਦਾ। ਜਿਵੇਂ ਇੱਥੇ ਮੇਰਾ 1 2 3 4 ਲਾਈਨਸ ਦਾ, ਤੁਹਾਡਾ ਵੀ 4 to 6 ਲਾਈਨਸ ਦਾ ਵਰਡਸ ਦਾ ਜਿਹੜਾ ਹੈ ਸਬਜੈਕਟ ਉਹ ਹੋਣਾ ਚਾਹੀਦਾ ਹੈ। ਇਦਾਂ ਹੀ ਧਿਆਨ ਰੱਖਣਾ ਕਿ ਜਿਹੜਾ ਐਡਰੈਸ ਹੈ ਉਹ ਵੀ 3 ਲਾਈਨਸ ਤੋਂ ਜ਼ਿਆਦਾ ਨਾ ਹੋਵੇ, ਤੇ ਆ ਸੈਂਡਰ ਐਡਰੈਸ ਵੀ 3 ਲਾਈਨਸ ਤੋਂ ਜ਼ਿਆਦਾ ਨਾ ਹੋਵੇ। ਡੇਟ ਤੁਸੀਂ ਇੱਕੋ ਲਾਈਨ ਵਿੱਚ ਹੀ ਐਡਜਸਟ ਕਰਨੀ ਹੈ, ਉਹ ਤੇ ਸਿੰਪਲੀ ਹੋ ਹੀ ਜਾਏਗੀ। ਉਸ ਤੋਂ ਬਾਅਦ ਸਬਜੈਕਟ ਲਿਖਣ ਤੋਂ ਬਾਅਦ ਆਪਾਂ ਇੱਕ ਹੋਰ ਲਾਈਨ ਛੱਡ ਦੇਣੀ ਹੈ। ਹੁਣ ਇੱਥੇ ਮੈਂ ਤੁਹਾਨੂੰ ਦੱਸਣ ਲੱਗਾ ਇੱਕ ਟ੍ਰਿਕ, ਜਿਹਦੇ ਨਾਲ ਤੁਸੀਂ ਆਪਣੀ ਲੈਟਰ ਬੜੇ ਹੀ ਵਧੀਆ ਤਰੀਕੇ ਨਾਲ ਲਿਖ ਸਕਦੇ ਹੋ। ਆਹ ਟ੍ਰਿਕ ਅਗਰ ਤੁਸੀਂ ਯਾਦ ਰੱਖੋਗੇ ਤੇ ਤੁਹਾਡੇ ਪੇਪਰ ਵਿੱਚ
ਲੈਟਰ ਦੇ ਵਿੱਚ ਤੇ ਮਾਰਕਸ ਬਹੁਤ ਹੀ ਘੱਟ ਚਾਂਸਸ ਨੇ ਡਿਡਕਟ ਹੋਣ ਦੇ। ਸਭ ਤੋਂ ਪਹਿਲੇ ਆਪਾਂ ਲਿਖਾਂਗੇ ਇੱਥੇ ਸੈਲੂਟੇਸ਼ਨ। ਸੈਲੂਟੇਸ਼ਨ ਕੀ ਹੁੰਦੀ, ਜਿਵੇਂ ਆਪਾਂ ਸਰ, ਮੈਡਮ, ਡੀਅਰ ਮੈਡਮ ਜਾਂ ਰਿਸਪੈਕਟਡ ਸਰ, ਰਿਸਪੈਕਟਡ ਮੈਡਮ ਲਿਖਦਾ ਉਦਾਂ, ਪਰ ਸਰ ਤੇ ਮੈਡਮ ਆਪਣੇ ਆਪ ਵਿੱਚ ਹੀ ਇੱਕ ਰਿਸਪੈਕਟਡ ਵਰਡ ਹੈ। ਇਸ ਦੇ ਨਾਲ ਸਾਨੂੰ ਡੀਅਰ, ਰਿਸਪੈਕਟਡ ਕੁਝ ਵੀ ਲਗਾਉਣ ਦੀ ਲੋੜ ਨਹੀਂ ਹੈ, ਕੱਲਾ ਤੁਸੀਂ ਸਰ ਲਿਖੋਗੇ। ਉਸ ਤੋਂ ਬਾਅਦ ਸਿੰਪਲ ਆ ਲਾਈਨ ਲਿਖ ਹੀ ਦੇਣੀ ਹੈ। ਐਡੀਟਰ ਦੀ ਜਿਹੜੀ ਲੈਟਰ ਹੋਏਗੀ ਉਹਦੇ ਵਿੱਚ ਸਿੰਪਲ ਜਿਹਾ ਲਾਈਨ ਲਿਖ ਦੇਣੀ ਹੈ, through the esteemed columns of your paper I want to draw the attention of the concerned authorities toward the subject की in sanitary conditions in the town। through the esteemed columns of your paper I want to draw the attention of the concerned authorities toward the in sanitary condition in town। ਆਹ ਸਿੰਪਲੀ ਇਦਾਂ ਹੀ ਆ ਜਾਣੀ ਐਡੀਟਰ ਦੀ ਜਿਹੜੀ ਹੋਏਗੀ ਲੈਟਰ ਉਹਦੇ ਵਿੱਚ। ਉਸ ਤੋਂ ਬਾਅਦ ਤੁਸੀਂ ਬੋਡੀ ਲਿਖੋਗੇ, ਜਿਵੇਂ ਇੱਥੇ ਹੁਣ ਮੈਂ ਇਨ ਸੈਨਿਟਰੀ ਕੰਡੀਸ਼ਨਸ ਤੇ ਲਿਖਣ ਡਿਆ, ਤੁਸੀਂ ਲਿਖ ਦੋਗੇ ਅਗਰ ਇਨ ਸੈਨਿਟਰੀ ਕੰਡੀਸ਼ਨਸ ਤੇ ਕਿ ਇਨ ਸੈਨਿਟਰੀ ਕੰਡੀਸ਼ਨ ਦੇ ਡਿਸਐਡਵਾਂਟੇजेस ਕੀ ਹੋ ਰਹੇ ਨੇ ਤੇ ਉਹ ਗਵਰਨਮੈਂਟ ਅਫੀਸ਼ੀਅਲਸ ਨੂੰ, ਅਥਾਰਟੀਜ਼ ਨੂੰ ਕਿੱਦਾਂ ਸੁਧਾਰਨਾ ਚਾਹੀਦਾ, ਕੀ ਇਹਦੇ ਲਈ ਉਪਰਾਲੇ ਕਰਨੇ ਚਾਹੀਦੇ ਨੇ। ਜਿਵੇਂ ਲਿਖ ਦਾਂਗੇ ਆਪਾਂ ਕਿ ਇਹਦੇ ਨਾਲ ਐਪੀਡੈਮਿਕ ਫੈਲਣ ਦੇ ਚਾਂਸਸ ਨੇ, ਮੌਸਕੀਟੋਸ ਵਧੀ ਜਾ ਰਹੇ ਨੇ, ਇਸ ਦੇ ਨਾਲ ਬਿਮਾਰੀ ਬਹੁਤ ਫੈਲਣ ਦੇ ਚਾਂਸਸ ਨੇ। ਫਿਰ ਉਸ ਤੋਂ ਬਾਅਦ ਆਪਾਂ ਲਿਖ ਦਾਂਗੇ ਕਿ ਗਵਰਨਮੈਂਟ ਆਫੀਸਰਸ ਨੂੰ ਇਹਦੇ ਵੱਲ ਧਿਆਨ ਦੇਣਾ ਚਾਹੀਦਾ ਤੇ ਰੋਜ਼ਾਨਾ ਲਈ ਇੱਕ ਗਾਰਬੇਜ ਵੈਨ ਜਿਹੜੀ ਹੈ ਉਹ ਟਾਊਨ ਵਿੱਚ ਭੇਜਣੀ ਚਾਹੀਦੀ ਹਰ ਇੱਕ ਏਰੀਆ ਵਿੱਚ, ਤਾਂ ਕਰਕੇ ਲੋਕਾਂ ਦਾ ਜਿਹੜਾ ਗਾਰਬੇਜ ਹੈ ਉਹ ਕਲੈਕਟ ਹੋ ਸਕੇ ਤੇ ਇਦਾਂ ਹੀ ਸੀਵੇਜ ਵਗੈਰਾ ਦਾ ਜਿਹੜਾ ਧਿਆਨ ਉਹਨਾਂ ਨੂੰ ਰੱਖਣਾ ਚਾਹੀਦਾ। ਬੋਡੀ ਵਿੱਚ ਆਪਾਂ ਸਾਰਾ ਲਿਖ ਦਾਂਗੇ। ਉਸ ਤੋਂ ਬਾਅਦ ਫਿਰ ਇੱਕ ਹੋਰ ਲਾਈਨ ਹੈ ਜਿੱਦਾਂ ਤੁਸੀਂ ਇਦਾਂ ਦੀ ਇਦਾਂ ਹੀ ਉੱਥੇ ਲਿਖ ਦੇਣੀ ਹੈ, ਇਟ ਇਜ਼ ਹਾਈ ਟਾਈਮ ਦੈਟ ਅਥਾਰਟੀਜ਼ ਟੂ ਵੇਕ ਅਪ ਐਂਡ ਡਿਸਚਾਰਜ देयर ਡਿਊਟੀਜ਼ ਇਨ ਇੰਟਰਸਟ ਆਫ ਪਬਲਿਕ। ਕਿ ਆਹ ਟਾਈਮ ਹੈ ਕਿ ਜਿਹੜੀ ਗਵਰਨਮੈਂਟ ਅਫੀਸ਼ੀਅਲਸ ਨੇ, ਅਥਾਰਟੀਜ਼ ਨੇ, ਉਹ ਜਾਗਣ ਤੇ ਆਪਣੀ ਜਿਹੜੀ ਡਿਊਟੀਜ਼ ਨੇ ਉਹ ਲੋਕਾਂ ਲਈ, ਆਮ ਪਬਲਿਕ ਲਈ, ਆਮ ਜਨਤਾ ਲਈ ਜਿਹੜੀ ਹੈ ਆਪਣੀ ਜਿਹੜੀ ਡਿਊਟੀ ਹੈ ਉਹਨੂੰ ਡਿਵੋਟ ਕਰਨ। ਪਰ ਹਾਂਜੀ ਐਡੀਟਰ ਦੀ ਲੈਟਰ ਦੋ ਤਰ੍ਹਾਂ ਦੀ ਹੁੰਦੀ ਹੈ। ਇੱਕ ਆਪਾਂ ਗਵਰਨਮੈਂਟ ਅਫੀਸ਼ੀਅਲਸ ਦੇ ਬਾਰੇ ਲਿਖਣੀ ਹੁੰਦੀ ਹੈ ਜਿਹਦੇ ਵਿੱਚ ਗਵਰਨਮੈਂਟ ਅਫੀਸ਼ੀਅਲਸ ਦਾ ਕੰਮ ਹੁੰਦਾ ਹੈ। ਦੂਸਰੀ ਆਪਾਂ ਜਨਰਲ ਪਬਲਿਕ ਨੂੰ ਅਵੇਕਨਿੰਗ ਲਈ ਜਿਹੜੀ ਹੈ ਲੈਟਰਸ ਲਿਖਦੇ ਹਾਂ ਐਡੀਟਰ ਨੂੰ, ਕਿ ਤੁਸੀਂ ਆਪਣੀ ਨਿਊਜ਼ਪੇਪਰ ਵਿੱਚ ਛਾਪੋ ਕਿ ਜਿਹੜੇ ਜਨਤਾ ਹੈ, ਜਿਹੜੀ ਆਮ ਪਬਲਿਕ ਹੈ, ਉਹ ਵੀ ਅਵੇਅਰ ਹੋਵੇ। ਤਾਂ ਉਹਦੇ 'ਚ ਆਪਾਂ ਸਿੰਪਲ ਜੀ ਚੀਜ਼ ਹੈ ਉਹ ਕੀ ਕਰ ਦੇਣੀ, through the esteemed columns of your paper I want to draw the attention of the concerned authorities ਦੀ ਜਗ੍ਹਾ ਇੱਥੇ ਆਪਾਂ ਲਿਖ ਦਾਂਗੇ ਜਨਰਲ ਪਬਲਿਕ। ਜਨਰਲ ਪਬਲਿਕ ਆ ਜਾਏਗੀ ਇੱਥੇ towards the subject। ਫਿਰ it is high time that general public to wake up, discharge their duties। ਆ ਨਹੀਂ ਆਏਗੀ ਲਾਈਨ ਇੱਥੇ, ਉੱਥੇ ਬਸ ਇੱਥੇ ਤੱਕ ਆ ਕੇ ਤੇ ਸਮਾਪਤੀ ਹੋ ਜਾਏਗੀ। ਉਸ ਤੋਂ ਬਾਅਦ ਤੁਸੀਂ ਥੈਂਕਿੰਗ ਯੂ ਲਿਖ ਦੋਗੇ। ਉਸ ਤੋਂ ਬਾਅਦ ਯੂਅਰਸ ਟਰੂਲੀ, ਕੀ ਆਪਾਂ ਇੱਥੇ ਯੂਅਰਸ ਓਬੀਡੈਂਟਲੀ ਵੀ ਲਿਖ ਸਕਦੇ ਹਾਂ? ਬਿਲਕੁਲ ਵੀ ਨਹੀਂ। ਯੂਅਰਸ ਓਬੀਡੈਂਟਲੀ ਆਪਾਂ ਛੋਟੇ ਹੁੰਦੇ ਲਿਖਦੇ ਸੀ, ਆਪਾਂ ਜਦੋਂ ਪ੍ਰਿੰਸੀਪਲ ਨੂੰ ਲੈਟਰ ਲਿਖਦੇ, ਇੱਥੇ ਆਪਾਂ ਯੂਅਰਸ ਓਬੀਡੈਂਟਲੀ ਨਹੀਂ ਲਿਖਣਾ। ਇੱਥੇ ਤੁਸੀਂ ਟਰੂਲੀ ਲਿਖ ਸਕਦੇ ਹੋ ਜਾਂ ਫੇਥਫੁਲੀ ਲਿਖ ਸਕਦੇ ਹੋ। ਉਸ ਤੋਂ ਬਾਅਦ ਤੁਸੀਂ ਆਪਣਾ ਨਾਮ ਲਿਖ ਦੋਗੇ ਜੋ ਤੁਹਾਡਾ ਲੈਟਰ ਵਿੱਚ ਦਿੱਤਾ ਹੋਇਆ ਹੈ। ਅਗਰ ਲੈਟਰ ਵਿੱਚ ਕੋਈ ਨਾਮ ਜਾਂ ਐਡਰੈਸ ਨਹੀਂ ਦਿੱਤਾ ਹੁੰਦਾ ਤੇ ਆਪਾਂ ਇਹਨੂੰ ਖਾਲੀ ਛੱਡ ਦਾਂਗੇ? ਨਹੀਂ, ਆਪਾਂ ਆਪਣੀ ਮਰਜ਼ੀ ਦਾ ਕੋਈ ਵੀ ਐਡਰੈਸ ਲਿਖ ਲਾਂਗੇ, ਇਹਨੂੰ ਖਾਲੀ ਨਹੀਂ ਛੱਡਣਾ, ਮਾਰਕਸ ਚਲੇ ਜਾਣਗੇ। ਇਸ ਦੇ ਨਾਲ ਤੁਹਾਡੀ ਫਾਰਮਲ ਲੈਟਰ ਖਤਮ ਹੁੰਦੀ ਹੈ। ਅੱਗੇ ਆਪਾਂ ਕਰਦੇ ਹਾਂ ਇਨਫਾਰਮਲ। ਹੁਣ ਤੁਹਾਡਾ ਕੁਐਸਚਨ ਹੈਗਾ ਅੱਗੇ ਇਨਫਾਰਮਲ ਲੈਟਰ ਦਾ। ਇਨਫਾਰਮਲ ਲੈਟਰ ਨੂੰ ਪਰਸਨਲ ਲੈਟਰ ਵੀ ਕਹਿੰਦੇ ਆ। ਅਗਰ ਉੱਥੇ ਪਰਸਨਲ ਲੈਟਰ ਆ ਜਾਏ ਜਾਂ ਫਿਰ ਉੱਥੇ ਲਿਖਿਆ ਨਹੀਂ ਕੁਝ ਆਉਂਦਾ ਹੁੰਦਾ, ਪਰ ਅਗਰ ਉੱਥੇ ਤੁਹਾਡੇ ਆਪਣੇ ਜਾਂ ਕਿਸੇ ਰਿਲੇਟਿਵ ਬਾਰੇ ਹੋਏ ਜਾਂ ਕਿਸੇ ਫਰੈਂਡ ਬਾਰੇ ਹੋਏ ਤੇ ਉਹ ਕੀ ਹੈ, ਤੁਹਾਡੀ ਪਰਸਨਲ ਜਾਂ ਇਨਫਾਰਮਲ ਲੈਟਰ ਹੈ। ਨੇਬਰ ਵੀ ਇਹਦੇ ਵਿੱਚ ਇੰਕਲੂਡ ਹੋ ਸਕਦੇ ਨੇ। ਆਓ ਹੁਣ ਵੇਖਦੇ ਹਾਂ ਕਿ ਸਾਡੀ ਇਨਫਾਰਮਲ ਜਾਂ ਪਰਸਨਲ ਲੈਟਰ ਦਾ ਕੁਐਸਚਨ ਕੀ ਹੈ। ਹੁਣ ਤੁਹਾਡਾ ਕੁਐਸਚਨ ਹੈ, ਯੂ ਆਰ ਦਲੀਪ ਸਿੰਘ living at 28 Radha Krishan apartment Chandigarh। write a letter to your brother Parminder Singh who is a bookworm। describe the disadvantages of it to him। आओ आंसर देखते हैं। ओके, तो ਜਿਹੜਾ ਤੁਸੀਂ ਕੁਐਸਚਨ ਵੇਖਿਆ ਸੀ ਆਉਦਾ ਆਨਸਰ। ਸਭ ਤੋਂ ਪਹਿਲੇ ਜਿਹੜੀ ਇਨਫਾਰਮਲ ਲੈਟਰ ਹੈ ਉਹਦੇ ਵਿੱਚ ਆਪਾਂ ਸਭ ਤੋਂ ਪਹਿਲੇ ਇੱਥੇ ਸੈਂਡਰਸ ਐਡਰੈਸ ਜਿਹੜਾ ਉਹ ਮੈਂਸ਼ਨ ਕਰਾਂਗੇ। सेंडर्स एड्रेस हो गया। उस तो बाद डेट मैं तुहानू पहले दसता सी कि इदां ही लिखनी है। सब तो पहले मंथ इन अल्फाबेट्स, फिर उस तो बाद नंबर्स दे विच डेट, ओदे ऊपर TH वगैरह पा दियो। उस तो बाद ईयर ते डेट वही लिखनी जिस दिन तुसी लेटर लिख रहे हो, जिस दिन तुहाडा एग्जाम होएगा ਉਹੀ ਇੱਥੇ ਡੇਟ ਲਿਖਣੀ ਹੈ।
ਵੈਸੇ ਤੇ ਇਨਫਾਰਮਲ ਜਾਂ ਪਰਸਨਲ ਲੈਟਰ ਜਿਹੜੀ ਬਹੁਤ ਘੱਟ ਆਉਂਦੀ ਐਗਜ਼ਾਮ ਦੇ ਵਿੱਚ, ਪਰ ਫਿਰ ਵੀ ਇਹਦੇ ਆਉਣ ਦੇ ਕਦੀ ਚਾਂਸਸ ਬਣ ਜਾਂਦੇ ਨੇ। ਸੈਂਡਰਸ ਐਡਰੈਸ ਜਿਹੜਾ ਮੈਂ ਤੁਹਾਨੂੰ ਪਹਿਲੇ ਦੱਸਿਆ ਸੀ ਕਿ ਸੈਂਡਰ ਜੋ ਕਿ ਸੈਂਡ ਕਰ ਰਹੇ ਆਪਾਂ ਹੀ ਸੈਂਡਰ ਆ, ਜੋ ਆਪਾਂ ਲਿਖ ਰਹੇ ਹਾਂ। ਇੱਥੇ ਆਪਣਾ ਐਡਰੈਸ ਲਿਖਣਾ ਹੈ। ਅਗਰ ਉੱਥੇ ਐਡਰੈਸ ਨਹੀਂ ਦਿੱਤਾ ਹੋਇਆ ਫਿਰ ਕੋਈ ਹੋਰ ਐਡਰੈਸ ਲਿਖਣਾ ਹੈ, ਪਰ ਅਗਰ ਉੱਥੇ ਐਡਰੈਸ ਦਿੱਤਾ ਹੋਏਗਾ, ਜਿਵੇਂ ਕੁਐਸਚਨ ਦੇ ਵਿੱਚ ਐਡਰੈਸ ਦਿੱਤਾ ਹੋਇਆ ਸੀਗਾ 28 ਰਾਧਾ ਕ੍ਰਿਸ਼ਨ ਅਪਾਰਟਮੈਂਟ ਚੰਡੀਗੜ੍ਹ, ਤੇ ਮੈਂ ਉਹੀ ਐਡਰੈਸ ਲਿਖਿਆ ਤੇ ਨਾਮ ਵੀ ਦਲੀਪ ਦਿੱਤਾ ਹੋਇਆ ਹੈ, ਤੇ ਜਿਹਨੂੰ ਰਿਸੀਵਰ ਦਾ ਐਡਰੈਸ ਪਰਮਿੰਦਰ ਦਿੱਤਾ ਹੋਇਆ ਸੀ ਉਹੀ ਇੱਥੇ ਲਿਖਿਆ ਆਪਾਂ। ਤੇ ਇੱਕ ਗੱਲ ਹੋਰ ਨੋਟ ਕਰਿਓ, ਉੱਥੇ ਕਈ ਵਾਰੀ ਕੀ ਆ ਜਾਂਦਾ, ਜਿਵੇਂ ਇੱਥੇ ਦਿੱਤਾ ਹੋਇਆ ਸੀਗਾ ਯੂ ਆਰ ਦਲੀਪ ਸਿੰਘ ਲਿਵਿੰਗ ਐਟ 28 ਰਾਧਾ ਕ੍ਰਿਸ਼ਨ ਅਪਾਰਟਮੈਂਟ ਚੰਡੀਗੜ੍ਹ, ਤੇ ਉਸ ਤੋਂ ਬਾਅਦ ਉੱਥੇ ਲਿਖਿਆ ਆ ਜਾਂਦਾ ਹੈ ਰਾਈਟ ਦ ਲੈਟਰ ਟੂ ਪਰਮਿੰਦਰ ਸਿੰਘ ਯੂਅਰ ਬ੍ਰਦਰ ਹੂ ਲਿਵਸ ਐਟ ਦਿਸ ਐਡਰੈਸ। ਪਰ ਆਪਾਂ ਸਿਰਫ ਆਪਣਾ ਹੀ ਐਡਰੈਸ ਲਿਖਣਾ, ਆਪਾਂ ਰਿਸੀਵਰ ਦਾ ਐਡਰੈਸ ਨਹੀਂ ਲਿਖਣਾ ਹੈਗਾ ਪਰਸਨਲ ਲੈਟਰ ਦੇ ਵਿੱਚ। ਡੇਟ ਹੋ ਗਈ, ਉਸ ਤੋਂ ਬਾਅਦ ਆਪਾਂ ਇੱਥੇ ਇੱਕ ਲਾਈਨ ਛੱਡ ਦਾਂਗੇ, ਪਰਸਨਲ ਲੈਟਰ ਦੇ ਵਿੱਚ ਆਪਾਂ ਸਬਜੈਕਟ ਨਹੀਂ ਲਿਖਣਾ ਹੈਗਾ। ਉਸ ਤੋਂ ਬਾਅਦ ਆਪਾਂ ਲੈਟਰ ਸ਼ੁਰੂ ਕਰ ਦਾਂਗੇ, ਜਿਵੇਂ ਮਾਈ ਡੀਅਰ ਪਰਮਿੰਦਰ, ਪਰ ਉਹ ਛੋਟਾ ਬ੍ਰਦਰ ਹੈ ਤਾਂ ਕਰਕੇ ਮਾਈ ਡੀਅਰ ਲਿਖਿਆ। ਅਗਰ ਵੱਡਾ ਹੁੰਦਾ ਤੇ ਫਿਰ ਲਿਖਣਾ ਹੈਗਾ, ਫਿਰ ਆ ਜਾਣਾ ਸੀਗਾ ਮਾਈ ਡੀਅਰ ਐਲਡਰ ਬ੍ਰਦਰ ਆ ਜਾਣਾ ਹੈਗਾ। ਫਿਰ ਆਪਾਂ ਉੱਥੇ ਨਾਮ ਮੈਂਸ਼ਨ ਨਹੀਂ ਸੀ ਕਰਨਾ, ਮਾਈ ਡੀਅਰ ਐਲਡਰ ਬ੍ਰਦਰ ਆ ਜਾਣਾ ਸੀਗਾ। ਅਗਰ ਇੱਥੇ ਕਿਸੇ ਆਪਾਂ ਵੱਡੇ ਹੋਰ ਨੂੰ ਲਿਖਦੇ ਹੋਈਏ ਆਂਟ ਅੰਕਲ ਫਾਦਰ ਮਦਰ, ਉੱਥੇ ਲਿਖ ਲੈਣਾ ਮਾਈ ਡੀਅਰ ਮਦਰ ਮਾਈ ਡੀਅਰ ਫਾਦਰ ਅੰਕਲ ਆਂਟ, ਇਦਾਂ ਲਿਖ ਲੈਣਾ। ਉਸ ਤੋਂ ਅੱਗੇ ਅਗਰ ਕੋਈ ਦੋਸਤ ਹੋਏਗਾ ਤੇ ਉਹਦਾ ਵੀ ਤੁਸੀਂ ਨਾਮ ਲਿਖ ਦੋਗੇ, ਜਿਵੇਂ ਮਾਈ ਡੀਅਰ ਪਰਮਿੰਦਰ, ਇਦਾਂ ਹੀ ਉੱਥੇ ਵੀ ਨਾਮ ਲਿਖਣਾ। ਉਸ ਤੋਂ ਬਾਅਦ ਲੈਟਰ ਦੀ ਬੋਡੀ ਸ਼ੁਰੂ ਹੁੰਦੀ ਹੈ। ਲੈਟਰ ਸੀਗੀ ਕਿ ਉਹ ਬੁੱਕ ਵਰਮ ਹੈ, ਮਤਲਬ ਕਿ ਕਿਤਾਬੀ ਕੀੜਾ ਹੈ, ਤੇ ਉਸ ਦੇ ਉੱਪਰ ਲੈਟਰ ਲਿਖੀਏ। ਤੇ ਮੈਂ ਲੈਟਰ ਕਿੱਦਾਂ ਸ਼ੁਰੂ ਕੀਤੀ ਹੈ ਉਧਰ ਧਿਆਨ ਦਿਓ। ਪਹਿਲੀ ਗੱਲ ਕਿ ਜਿਹੜੀ ਪਰਸਨਲ ਲੈਟਰ ਹੁੰਦੀ ਹੈ ਉਹਦੇ ਵਿੱਚ, ਜਿਵੇਂ ਮੈਂ ਤੁਹਾਨੂੰ ਫਾਰਮਲ ਦੇ ਵਿੱਚ ਦੱਸਦਾ ਸੀਗਾ ਕਿ ਫਰਸਟ ਲਾਈਨ ਇਦਾਂ ਲਿਖਦੇ ਹੋ ਤੇ ਲਾਸਟ ਲਾਈਨ ਇਦਾਂ ਲਿਖਦੇ ਹੋ, ਇੱਥੇ ਉਸ ਤਰ੍ਹਾਂ ਦਾ ਕੋਈ ਚਾਂਸ ਨਹੀਂ ਬਣਦਾ ਹੈ, ਕਿਉਂਕਿ ਇੱਥੇ ਹਰ ਇੱਕ ਕੰਡੀਸ਼ਨ ਚੇਂਜ ਹੋ ਜਾਂਦੀ ਹੈ। ਇੱਥੇ ਤੁਹਾਨੂੰ ਆਪਣੇ ਵੱਲੋਂ ਹੀ ਬਣਾ ਕੇ ਲਿਖਣਾ ਪਏਗਾ, ਇੱਥੇ ਕੋਈ ਟ੍ਰਿਕ ਕੰਮ ਨਹੀਂ ਕਰਨੀ। ਸਭ ਤੋਂ ਪਹਿਲੇ ਮੈਂ ਇੱਥੇ ਲਿਖਿਆ I received a letter from your school about your results in terminal examination and overall performance, ਕਿ ਮੈਂ ਤੇਰੇ ਸਕੂਲ ਤੋਂ ਮੈਨੂੰ ਤੇਰੇ ਸਕੂਲ ਤੋਂ ਇੱਕ ਲੈਟਰ ਮਿਲਿਆ ਜਿਸ ਦੇ ਵਿੱਚ ਤੇਰੇ ਟਰਮੀਨਲ ਜਿਹੜੇ ਐਗਜ਼ਾਮ ਸੀਗੇ ਉਹਦੀ ਪਰਫਾਰਮੈਂਸ ਤੇ ਜਿਹੜੀ ਓਵਰਆਲ ਪੂਰੇ ਸਾਲ ਦੀ ਜਿਹੜੀ ਪਰਫਾਰਮੈਂਸ ਸੀਗੀ ਉਹਦੇ ਬਾਰੇ ਉਹਦੇ ਵਿੱਚ ਜ਼ਿਕਰ ਸੀਗਾ। I must compliment you for your excellent score in academic subjects, ਮੈਨੂੰ ਤੇਰੀ ਤਾਰੀਫ ਕਰਨੀ ਪਏਗੀ ਕਿ ਤੂੰ ਬਹੁਤ ਵਧੀਆ ਪਰਫਾਰਮੈਂਸ ਦਿੱਤੀ ਆਪਣੀ ਤੇ ਐਕਸੀਲੈਂਟ ਸਕੋਰ ਲੈ ਕੇ ਆਇਆ, ਬੜੇ ਵਧੀਆ ਨੰਬਰ ਲੈ ਕੇ ਆਇਆ ਤੂੰ ਅਕੈਡਮਿਕ ਸਬਜੈਕਟ ਦੇ ਵਿੱਚ, ਮਤਲਬ ਕਿ ਜਿੰਨੇ ਵੀ ਤੇਰੇ ਪੜ੍ਹਾਈ ਲਿਖਾਈ ਜਿੰਨੇ ਵੀ ਸਬਜੈਕਟ ਸੀਗੇ ਉਸ ਦੇ ਵਿੱਚ ਤੂੰ ਵਧੀਆ ਨੰਬਰ ਨਾਲ ਪਾਸ ਹੋਇਆ। ਐਟ ਦਾ ਸੇਮ ਟਾਈਮ what worried me more was your performance in sports। ਹੁਣ ਇੱਥੋਂ ਗੱਲ ਆਪਾਂ ਲੈ ਕੇ ਆਂਦੇ ਆ ਬੁੱਕ ਵਰਮ ਦੇ ਵੱਲ, ਕਿ ਉਹ ਕਿਤਾਬੀ ਕੀੜਾ ਖੇਡ ਵੱਲ ਧਿਆਨ ਨਹੀਂ ਦਿੰਦਾ ਹੈਗਾ, ਉਧਰ ਆਪਾਂ ਥੋੜਾ ਲੈ ਕੇ ਆ ਰਹੇ ਹਾਂ ਕਿ ਉਸੇ ਟਾਈਮ ਮੈਨੂੰ ਤੇਰੀ ਸਪੋਰਟਸ ਦੀ ਪਰਫਾਰਮੈਂਸ ਦੇ ਵੱਲ ਵੇਖ ਕੇ ਬਹੁਤ ਹੈਰਾਨੀ ਹੋਈ ਤੇ ਬਹੁਤ ਮੈਨੂੰ ਦੁੱਖ ਹੋਇਆ ਕਿ ਤੂੰ ਸਪੋਰਟਸ ਵੱਲ ਤੇਰਾ ਬਿਲਕੁਲ ਧਿਆਨ ਨਹੀਂ ਹੈਗਾ। ਉਸ ਤੋਂ ਬਾਅਦ which was not up to mark, ਜਿਹੜੀ ਤੇਰੀ ਸਪੋਰਟ ਸੀਗੀ ਉਹ ਬਿਲਕੁਲ ਸਹੀ ਨਹੀਂ ਸੀ ਹੈਗੀ। I think that you must realize that the aim of education is to develop a sound mind in a sound body। ਫਿਰ ਐਜੂਕੇਸ਼ਨ ਦਾ ਆਪਾਂ ਦੱਸਤਾ ਕਿ ਐਜੂਕੇਸ਼ਨ ਦਾ ਕੀ ਏਮ ਹੈ ਕਿ ਤੁਹਾਡਾ ਸਾਊਂਡ ਮਾਈਂਡ ਹੋਵੇ ਤੇ ਬਿਲਕੁਲ ਸਵਸਥ ਬੋਡੀ ਦੇ ਵਿੱਚ ਇੱਕ ਸਵਸਥ ਦਿਮਾਗ ਦਾ ਵਾਸ ਹੋਵੇ। ਆ ਪਹਿਲੇ ਪੈਰਾਗ੍ਰਾਫ ਵਿੱਚ ਦਿੱਤੀ ਇੰਟਰੋਡਕਸ਼ਨ, ਉਸ ਤੋਂ ਬਾਅਦ ਦੂਸਰਾ ਪੈਰਾਗ੍ਰਾਫ ਸ਼ੁਰੂ ਹੁੰਦਾ ਹੈ। ਦੂਸਰੇ ਪੈਰਾਗ੍ਰਾਫ ਵਿੱਚ ਹੀ ਮੇਨ ਲੈਟਰ ਹੁੰਦੀ ਹੈ। ਇੱਥੇ ਮੈਂ ਲਿਖਿਆ I would like to share my views about the importance of good health and role of sports in that। ਕਿ ਗੁੱਡ ਹੈਲਥ ਦੇ ਵਿੱਚ ਸਪੋਰਟਸ ਦਾ ਕੀ ਰੋਲ ਹੈ ਉਹਦੇ ਬਾਰੇ ਮੈਂ ਤੈਨੂੰ ਆਪਣੇ ਵਿਚਾਰ ਦੱਸਦਾ ਹਾਂ। ਹੁਣ ਇੱਥੇ ਸਾਰਿਆਂ ਨੇ ਬੋਡੀ ਵਿੱਚ ਆਪਣੇ ਹੀ ਵਿਚਾਰ ਲਿਖ ਲੈਣੇ ਨੇ। ਉਸ ਤੋਂ ਬਾਅਦ ਉਹਦੇ ਵਿੱਚ ਆਪਾਂ ਲਿਖ ਸਕਦੇ ਹਾਂ ਕਿ ਜਿਹੜੀ ਪਲੇਗਰਾਉਂਡ ਵਿੱਚ ਰੋਜ਼ ਜਾਣਾ ਚਾਹੀਦਾ, ਜਿਹਦੇ ਨਾਲ ਤੁਸੀਂ ਫਿਟ ਰਹੋਗੇ, ਤੇ ਅਗਰ ਤੁਸੀਂ ਫਿਟ ਰਹੋਗੇ ਤਾਂ ਹੀ ਤੁਸੀਂ ਪੜ੍ਹਾਈ ਵੀ ਵਧੀਆ ਤਰ੍ਹਾਂ ਕਰ ਸਕਦੇ ਹੋ, ਤਾਂ ਹੀ ਤੁਸੀਂ ਮਾਰਕਸ ਵੀ ਵਧੀਆ ਤਰ੍ਹਾਂ ਲਿਆ ਸਕਦੇ ਹੋ, ਕਿ ਬਿਨਾ ਫਿਟ ਦਿਮਾਗ ਤੇ ਬਿਨਾ ਫਿਟ ਬੋਡੀ ਦੇ ਪੜ੍ਹਾਈ ਵੀ ਨਹੀਂ ਹੋ ਸਕਦੀ। ਸਭ ਕੁਝ ਆਪਾਂ ਇਹਦੇ ਵਿੱਚ ਮੈਂਸ਼ਨ ਕਰ ਦਾਂਗੇ। ਉਸ ਤੋਂ ਬਾਅਦ ਥਰਡ ਲਾਈਨ ਦੇ ਵਿੱਚ ਆਪਾਂ ਐਂਡ ਕਰਦੇ ਹਾਂ, ਥਰਡ ਪੈਰਾਗ੍ਰਾਫ ਵਿੱਚ ਆਪਾਂ ਐਂਡ ਕਰਦੇ ਹਾਂ। ਉੱਥੇ ਮੈਂ ਕੀ ਲਿਖਿਆ ਹੈ I would like to share the quote of Duke। ਹੁਣ ਇੱਥੇ ਮੈਂ quote ਦੇ ਨਾਲ ਆਪਣੀ ਐਂਡ ਕਰ ਰਿਹਾ ਹਾਂ ਲੈਟਰ, ਤੇ ਉੱਥੇ ਇੱਕ ਡਿਊਕ ਹੀਗਾ ਵੈਲਿੰਗਟਨ ਦਾ, ਉਹਨੇ ਇੱਕ
क्योट ਦਿੱਤਾ ਸੀਗਾ ਕਿ द बैटर ऑफ वाटरलू वाज वन ऑन द प्लेबेट्स ऑफ एटन एंड हैरो स्कूल। एक स्कूल ਦੇ प्लेग्राउंड ਦੇ ਵਿੱਚ ਇੱਕ ਪੂਰੀ ਜੰਗ ਜਿੱਤ ਲਈ ਸੀ ਖੇਲ ਦੇ ਨਾਲ ਹੀ। So my dear brother, give equal importance to study and play। ਤੂੰ study ਤੇ ਖੇਡ ਨੂੰ ਇੱਕੋ ਜਿਹਾ ਬਰਾਬਰ ਦਾ ਇੰਪੋਰਟੈਂਸ ਦੇ। ਉਸ ਤੋਂ ਬਾਅਦ ਇੱਥੇ ਤੁਸੀਂ ਇੱਕ ਐਂਡਿੰਗ ਫਰੇਜ਼ ਵੀ ਲਿਖ ਸਕਦੇ ਹੋ ਜਾਂ ਕੁਝ ਐਂਡਿੰਗ ਵਰਡਸ ਲਿਖ ਸਕਦੇ ਹੋ। ਹੋਪ ਵੀ ਵਿਲ ਮੀਟ ਸੂਨ, ਇਦਾਂ ਕਰਕੇ ਕੁਝ ਵੀ ਲਿਖ ਸਕਦੇ ਹੋ। ਉਸ ਤੋਂ ਬਾਅਦ ਇੱਕ ਲਾਈਨ ਛੱਡ ਕੇ ਫਿਰ ਯੂਅਰ ਐਲਡਰ ਬ੍ਰਦਰ। ਪਰ ਅਗਰ ਇੱਥੇ ਕੋਈ ਤੁਸੀਂ ਛੋਟੇ ਬ੍ਰਦਰ ਹੋ ਤੇ ਫਿਰ ਲਿਖ ਦੇਣਾ ਯੂਅਰ ਯੰਗਰ ਬ੍ਰਦਰ ਜਾਂ ਫਿਰ ਯੂਅਰ ਲਵਿੰਗ ਬ੍ਰਦਰ। ਆਪਣੇ ਨਾਮ ਦੇ ਅੱਗੇ ਦਲੀਪ ਇੱਥੇ ਸਿਰਫ ਲਿਖਿਆ ਹੋਇਆ ਹੈ ਦਲੀਪ, ਲੈਟਰ ਦੇ ਵਿੱਚ ਮੈਂਸ਼ਨ ਸੀਗਾ ਦਲੀਪ ਸਿੰਘ, ਪਰ ਆਪਾਂ ਇੱਥੇ ਦਲੀਪ ਸਿੰਘ ਨਹੀਂ ਲਿਖਾਂਗੇ ਕਿਉਂਕਿ ਆਪਾਂ ਇੱਥੇ ਕੋਈ ਫਾਰਮਲ ਲੈਟਰ ਨਹੀਂ ਲਿਖ ਰਹੇ, ਇੱਥੇ ਆਪਾਂ ਪਰਸਨਲ ਲੈਟਰ ਲਿਖ ਰਹੇ ਹਾਂ, ਇਨਫਾਰਮਲ ਲੈਟਰ ਲਿਖ ਰਹੇ ਹਾਂ। ਇੱਥੇ ਸਿਰਫ ਨੇਮ ਹੀ ਮੈਂਸ਼ਨ ਹੋਏਗਾ, ਤੁਹਾਡੀ ਕਾਸਟ ਜਾਂ ਸਿੰਘ ਕੌਰ ਮੈਂਸ਼ਨ ਨਹੀਂ ਹੋਏਗਾ। ਇੱਥੇ ਲਿਖਿਆ ਹੈ ਯੂਅਰ ਐਲਡਰ ਬ੍ਰਦਰ ਦਲੀਪ, ਇੱਥੇ ਆ ਕੇ ਤੁਹਾਡੀ ਲੈਟਰ ਖਤਮ ਹੁੰਦੀ ਹੈ। ਹੋਪ ਤੁਹਾਨੂੰ ਸਮਝ ਆਈ ਹੋਏਗੀ। अगर कोई विच दिक्कत आई या तुहानू कुछ समझ नहीं आया तुसी कमेंट सैक्शन में मैनू पूछ सकते हो, मैं तुहानू उहदा जवाब जरूर देवांगा। देखने लई धन्नवाद। सबसक्राइब करियो, शेयर करियो ते लाइक करना ना भूलियो।